ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਸ਼ਬਦ ਦੇ ਅਰਥ ਕਰਾਂਗੇ। ਸਿਰ ਰਾਗ ਮਹੱਲਾ ਪੰਜਵਾਂ। ਰਸਨਾ ਸੱਚਾ ਸਿਮਰਿਏ ਮਨ ਤਨ ਨਿਰਮਲ ਹੋਏ। ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਏ। ਮੇਰ ਕਰੇ ਜੇ ਆਪਣੀ ਚਸਾ ਨ ਵਿਸਰੇ ਸੋਏ। ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ। ਅੰਤੇ ਹੋਏ ਬਿਨਾਸ ਰਹਾਓ ਸਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨ ਜਾਏ। ਮੇਰੇ ਮਨ ਤਨ ਭੁਖ ਅਤ ਅਗਲੀ ਕੋਈ ਆਣ ਮਿਲਾਵੇ ਮਾਏ। ਚਾਰੇ ਕੁੰਡਾਂ ਭਾਲੀਆਂ ਸਹਿ ਬਿਨ ਅਵਰ ਨ ਜਾਏ। ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ। ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ। ਸਦਾ ਸਦਾ ਸਲਾਹੀਏ ਅੰਤ ਨ ਪਾਰਾਵਾਰ। ਪਰਵਰਦਗਾਰ ਸਲਾਹੀਏ ਜਿਸ ਤੇ ਚਲਤ ਅਨੇਕ। ਸਦਾ ਸਦਾ ਆਰਾਧੀਏ ਏਹਾ ਮਤ ਵਿਸੇਖ। ਮਨ ਤਨ ਮਿੱਠਾ ਤਿਸ ਲਗੇ ਜਿਸ ਮਸਤਕ ਨਾਨਕ ਲੇਖ। ਸਦਾ ਸਦਾ ਆਰਾਧੀਏ ਏਹਾ ਮਤ ਵਿਸੇਖ। ਮਨ ਤਨ ਮਿੱਠਾ ਤਿਸ ਲਗੇ ਜਿਸ ਮਸਤਕ ਨਾਨਕ ਲੇਖ। ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਜੀਵ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨ ਕਰਨ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ। ਇਸ ਸੰਸਾਰ ਵਿੱਚ ਮਾਂ ਪਿਓ ਅਤੇ ਸਾਰੇ ਸਾਕ ਸੰਬੰਧ ਹੁੰਦੇ ਹਨ, ਪਰ ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸੱਚਾ ਸੰਬੰਧ ਨਹੀਂ ਹੈ। ਸਿਮਰਨ ਵੀ ਉਸ ਦੀ ਮਿਹਰ ਨਾਲ ਹੀ ਹੋ ਸਕਦਾ ਹੈ। ਜੇ ਉਹ ਪ੍ਰਭੂ ਆਪਣੀ ਮਿਹਰ ਕਰੇ ਤਾਂ ਉਹ ਜੀਵ ਨੂੰ ਛਿਣ ਭਰ ਲਈ ਵੀ ਨਹੀਂ ਵਿਸਰਦਾ, ਭਾਵ ਨਹੀਂ ਭੁੱਲਦਾ। ਹੇ ਮੇਰੇ ਮਨ, ਜਿਤਨਾ ਚਿਰ ਤੇਰੇ ਸਰੀਰ ਵਿੱਚ ਸਵਾਸ ਹਨ, ਤੂੰ ਉਦੋਂ ਤੱਕ ਸਦਾ ਥਿਰ ਰਹਿਣ ਵਾਲੇ ਸਤ ਸਰੂਪੀ ਪਰਮਾਤਮਾ ਦਾ ਸਿਮਰਨ ਕਰ ਅਤੇ ਅਰਾਧਨਾ ਕਰ। ਸਦਾ ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾਂ ਹੋਰ ਸਾਰਾ ਝੂਠਾ ਪ੍ਰਪੰਚ ਹੈ। ਇਹ ਅੰਤ ਵਿੱਚ ਨਸ਼ਟ ਹੋ ਜਾਣਾ ਹੈ। ਹੇ ਮੇਰੀ ਮਾਂ, ਮੇਰਾ ਮਾਲਕ ਪ੍ਰਭੂ ਪਵਿੱਤਰ ਸਤ ਸਰੂਪ ਹੈ। ਉਸ ਦੇ ਸਿਮਰਨ ਤੋਂ ਬਿਨਾਂ ਮੈਥੋਂ ਰਿਹਾ ਨਹੀਂ ਜਾ ਸਕਦਾ। ਉਸ ਦੇ ਦੀਦਾਰ ਵਾਸਤੇ ਮੇਰੇ ਮਨ ਅਤੇ ਤਨ ਵਿੱਚ ਉਸ ਦੇ ਦਰਸ਼ਨ ਲਈ ਬਹੁਤ ਹੀ ਅਦਿੱਖ ਭੁੱਖ ਹੈ। ਹੇ ਮੇਰੀ ਮਾਂ, ਮੈਨੂੰ ਕੋਈ ਉਸ ਨਾਲ ਮਿਲਾ ਲਿਆਵੇ। ਮੈਂ ਪ੍ਰਭੂ ਤੋਂ ਉਸ ਚਾਰੇ ਕੁੰਡਾਂ ਭਾਵ ਚਾਰੇ ਦਿਸ਼ਾਵਾਂ ਚੰਗੀ ਤਰ੍ਹਾਂ ਵੇਖ ਲਈਆਂ ਹਨ ਅਤੇ ਉਸ ਪ੍ਰੀਤਮ ਤੋਂ ਬਿਨਾਂ ਮੈਨੂੰ ਕੋਈ ਹੋਰ ਆਸਰਾ ਨਹੀਂ ਸੁਝਦਾ।
हे मेरे मन, तू उस गुरु ਦੇ ਦਰ ਤੇ ਜਾ ਕੇ ਅਰਦਾਸ ਬੇਨਤੀ ਕਰ, ਜਿਹੜਾ ਤੈਨੂੰ ਉਸ ਕਰਤਾਰ ਪਰਮਾਤਮਾ ਨਾਲ ਮਿਲਾ ਦੇਵੇ। ਸਤਿਗੁਰੂ ਨਾਮ ਦੀ ਦਾਤ ਬਖਸ਼ਣ ਵਾਲਾ ਹੈ। ਉਸ ਗੁਰੂ ਦੇ ਨਾਮ ਦਾ ਖਜ਼ਾਨਾ ਅਖੁੱਟ ਭੰਡਾਰ ਹੈ। ਗੁਰੂ ਦੀ ਸਰਨੀ ਪੈ ਕੇ ਹੀ ਸਦਾ ਹੀ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੇ ਗੁਣਾਂ ਦੇ ਸਮੁੰਦਰ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭਿਆ ਜਾ ਸਕਦਾ। ਭਾਵ ਉਸ ਦਾ ਅੰਤ ਪਾਰਾਵਾਰ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਗੁਰੂ ਦੀ ਸ਼ਰਨ ਪੈ ਕੇ ਉਸ ਪਾਲਣਹਾਰ ਪਰਮਾਤਮਾ ਦੀ ਸਰਾਹਨਾ ਕਰ, ਜਿਸ ਦੇ ਅਨੇਕਾਂ ਚਰਿੱਤਰ ਹਨ ਅਤੇ ਸਦਾ ਉਸ ਦੇ ਨਾਮ ਨੂੰ ਸਿਮਰਨਾ ਚਾਹੀਦਾ ਹੈ ਅਤੇ ਉਸੇ ਦੀ ਆਰਾਧਨਾ ਕਰਨੀ ਚਾਹੀਦੀ ਹੈ। ਇਹੀ ਵਿਸ਼ੇਸ਼ ਮਤ ਹੈ ਕਿ ਉਸ ਗੁਰਮੁਖ ਦੇ ਮਨ ਅਤੇ ਤਨ ਨੂੰ ਹਰ ਨਾਮ ਦਾ ਸਿਮਰਨ ਸਵਾਦੀ ਲੱਗਦਾ ਹੈ। ਜਿਸ ਦੇ ਮਸਤਕ ਉੱਤੇ ਦਰਗਾਹੋਂ ਲੇਖ ਲਿਖੇ ਹੋਣ, ਫਿਰ ਪਰਮਾਤਮਾ ਉਸ 'ਤੇ ਆਪਣੀ ਮਿਹਰ ਕਰਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ, ਰਸਨਾ ਸੱਚਾ ਸਿਮਰਿਏ, ਮਨ ਤਨ ਨਿਰਮਲ ਹੋਏ। ਉਸ ਸੱਚੇ ਦਾ ਸਿਮਰਨ ਨਾਲ ਮਨ ਅਤੇ ਤਨ ਨਿਰਮਲ ਹੋ ਜਾਂਦਾ ਹੈ। ਸਿਮਰਨ ਦਾ ਮਤਲਬ ਹੈ ਕਿ ਆਪਣੀ ਮਨ ਬੁੱਧ ਨੂੰ ਗੁਰਬਾਣੀ ਰਾਹੀਂ ਨਾਮ ਨੂੰ ਧਿਆਉਣਾ, ਅਰਥਾਤ ਆਤਮ ਗਿਆਨ ਨੂੰ ਆਪਣੇ ਅੰਦਰ ਵਸਾਉਣਾ। ਇਸ ਤਰ੍ਹਾਂ ਕੀਤਿਆਂ ਮਨ ਅਤੇ ਤਨ ਨਿਰਮਲ ਹੋ ਜਾਂਦਾ ਹੈ। ਭਾਵ ਹਉਮੈ ਦੀ ਮੈਲ ਲੈ ਜਾਂਦੀ ਹੈ ਅਤੇ ਮਨੁੱਖ ਦੀ ਦ੍ਰਿਸ਼ਟੀ ਸਾਫ਼ ਨਿਹਾਲ ਹੋ ਜਾਂਦੀ ਹੈ। ਮਾਤ ਪਿਤਾ ਸਾਕ ਅਗਲੇ, ਤਿਸ ਬਿਨ ਅਵਰ ਨ ਕੋਏ। ਸੰਸਾਰ ਵਿੱਚ ਸਾਰੇ ਸਾਕ ਸੰਬੰਧੀ ਬਹੁਤ ਹੁੰਦੇ ਹਨ, ਪਰ ਇਸ ਦੇ ਬਾਵਜੂਦ ਅੰਤ ਸਹਾਈ ਕੇਵਲ ਉਹ ਪਾਰਬ੍ਰਹਮ ਹੀ ਹੈ। ਇਸ ਵਾਸਤੇ ਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ, ਮਨ ਮੇਰੇ ਸਾਚਾ ਸਭ ਜਿਚਰ ਸਾਸ। ਜਦ ਤੱਕ ਜਿਤਨਾ ਚਿਰ ਤੇਰੇ ਅੰਦਰ ਸਾਹ ਆਉਂਦਾ ਹੈ, ਹਰ ਨਾਮ ਦਾ ਨਾਮ ਜਪ। ਜਦੋਂ ਤੱਕ ਸਾਡੇ ਸਵਾਸ ਚੱਲ ਰਹੇ ਹਨ, ਸਾਨੂੰ ਪਰਮਾਤਮਾ ਦੀ ਸੇਵਾ ਆਰਾਧਨਾ ਕਰਨੀ ਚਾਹੀਦੀ ਹੈ। ਉਹ ਪਰਮਾਤਮਾ ਹੀ ਸਭ ਦੇ ਜੀਵਨ ਦਾ ਆਧਾਰ ਹੈ। ਉਸ ਤੋਂ ਬਿਨਾਂ ਹੋਰ ਸਭ ਸੰਬੰਧ ਨਾਸ਼ਮਾਨ ਹਨ। ਉਸ ਪਰਮਾਤਮਾ ਦੀ ਪ੍ਰਾਪਤੀ ਗੁਰੂ ਦੁਆਰਾ ਸੰਭਵ ਹੁੰਦੀ ਹੈ, ਜਿਸ ਪਾਸ ਹਰ ਨਾਮ ਦਾ ਅਮੁੱਲ ਭੰਡਾਰ ਹੈ। ਨਾਮ ਜਪਣ ਵਾਸਤੇ ਸਤਿਗੁਰ ਦੀ ਸਰਨੀ ਆਉਣਾ ਪਵੇਗਾ, ਕਿਉਂਕਿ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ, ਸਦਾ ਸਦਾ ਸਰ ਲਾਈਏ ਅੰਤ ਨ ਪਾਰਾਵਾਰ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।